गवर्नमेंट ऑफ इंडिया तो ਐਨ पंजाब ਨੂੰ ਡੀਲ कर रही है जिवें कोई पाकिस्तान ਨੂੰ ਡੀਲ करी ਜਾਂਦਾ कि ਅਸੀਂ ਆਹ कर दांगे वो कर दांगे ये कर दांगे। गवर्नमेंट ऑफ इंडिया ਨੂੰ पता होना चाहिए आ पंजाब के बहादुर किसान है जिन्हों ने ਜਿਹੜੇ ਅੱਜ रेल ਗੱਡੀਆਂ पटरियां ते बैठे क्यों बैठे है, हक की लड़ाई वास्ते बैठे है। वो किसान जे पूरे देश ਨੂੰ ਅੰਨ ਦਿੰਦੇ ਰਹੇ है, ਅੱਜ ਜੇ ਉਹ कुछ चीज़ मंगते है ਤੁਹਾਡਾ हक नहीं है। ਐ ਤੁਸੀਂ ਜ਼ਬਰਦਸਤੀ ਕਰੋਗੇ, ਰੇਲ ਬੰਦ ਕਰ ਦੋਗੇ, ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਐ ਦੇਸ਼ ਨਹੀਂ ਚੱਲਦੇ। ਜਿਸ ਤਰੀਕੇ ਨਾਲ ਆ ਸੋਚ ਚੱਲ ਰਹੀ ਹੈ ਸੈਂਟਰ ਦੀ, ਮੈਂ ਸਟਰੋਂਗਲੀ ਕੰਡੈਮ ਕਰਦਾ। ਬੀਜੇਪੀ ਦੇ ਸਾਬਕਾ ਸੀਨੀਅਰ ਆਗੂ ਰਹੇ ਐਡਵੋਕੇਟ ਆਰਪੀ ਸਿੰਘ ਮੈਣੀ ਨੇ ਬੀਜੇਪੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਆਰਪੀ ਸਿੰਘ ਮੈਣੀ ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ। ਬਾਦਲ ਨੇ ਉਹਨਾਂ ਨੂੰ ਪਾਰਟੀ ਦਾ ਸਪੋਕਸਮੈਨ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਮੈਣੀ ਵਰਗੇ ਆਗੂ ਦੀ ਜ਼ਰੂਰਤ ਹੈ ਜੋ ਪਾਰਟੀ ਨੂੰ ਅੱਗੇ ਤੱਕ ਲੈ ਕੇ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਮੁਕਾਬਲਾ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਚਮਕ ਨੂੰ ਫਿਰ ਤੋਂ ਲਿਆਂਦਾ ਜਾਵੇਗਾ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਹੱਥੀ ਲੈਂਦੇ ਹੋਏ ਤਿੱਖੇ ਸ਼ਬਦੀ ਵਾਰ ਕੀਤੇ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਤੇ ਵੀ ਵੱਡਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਤੇ ਪੰਜਾਬ ਨਾਲ ਇਹੋ ਜਿਹਾ ਸਲੂਕ ਕਰ ਰਹੀ ਹੈ ਜਿਵੇਂ ਕਿਸੇ ਦੁਸ਼ਮਣਾਂ ਨਾਲ ਕੀਤਾ ਜਾਂਦਾ ਹੈ। ਅੱਜ ਸਰ ਆਰਪੀਐਸ ਮੈਣੀ ਜੀ ਜੋ ਬੀਜੇਪੀ ਦੇ ਬਹੁਤ ਹੀ ਕਾਬਿਲ ਮਿਹਨਤ ਸੀ ਵਰਕਰ ਸੀ, ਅਹੁਦੇਦਾਰ ਸੀ, ਪਿਛਲੇ 18-19 ਸਾਲ ਬਹੁਤ ਇੰਪੋਰਟੈਂਟ ਪੋਜੀਸ਼ਨ 'ਚ ਰਹੇ ਹੈ। ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਆ ਬੀਜੇਪੀ ਨੂੰ ਛੱਡ ਕੇ। ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਊਗਾ। ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਹੈ ਕਾਬਿਲ ਇਨਸਾਨਾਂ ਦੀ ਜਿਹੜੇ ਇਹ 100 ਸਾਲ ਦੀ ਪਾਰਟੀ ਨੂੰ ਹੋਰ ਤਕੜਾ ਕਰਕੇ ਰੱਖਣ। ਜੈ ਜੀ ਹਿਸਟਰੀ ਸ਼੍ਰੋਮਣੀ ਅਕਾਲੀ ਦਲ ਦੀ ਹੈ, ਕਿਸੇ ਵੀ ਹਿੰਦੁਸਤਾਨ ਦੀ ਪਾਰਟੀ ਦੀ ਨਹੀਂ। ਜੋ ਵਿਰਸਾ ਸ਼੍ਰੋਮਣੀ ਅਕਾਲੀ ਦਲ ਦਾ ਹੈ, ਆਪਣੇ ਲੀਡਰਾਂ ਦੀ ਹਿਸਟਰੀ ਹੈ, ਇਹਦਾ ਮੁਕਾਬਲਾ ਕਿਸੇ ਹੋਰ ਪਾਰਟੀ ਦੀ ਕੋਈ ਲੀਡਰਸ਼ਿਪ ਨਹੀਂ ਕਰ ਸਕਦੀ। ਮੈਣੀ ਸਾਹਿਬ ਬਾਰੇ ਮਜੀਠੀਆ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ। ਮੇਰੇ ਨਾਲ ਗੱਲ ਹੋ ਰਹੀ ਸੀ ਕਿ ਬੜੇ ਨੇਕ ਇਨਸਾਨ ਹੈ, ਬਹੁਤ ਵਧੀਆ ਇਨਸਾਨ ਹੈ, ਹਿੰਮਤੀ ਇਨਸਾਨ ਹੈ, ਤੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਆਪਣੇ ਪਾਰਟੀ ਦਾ ਸਪੋਕਸਮੈਨ ਵੀ ਮੈਂ ਡਿਕਲੇਅਰ ਕਰਦਾ, ਕਿਉਂਕਿ ਇਹਨਾਂ ਦੇ ਜਿਵੇਂ ਆਪਣੇ ਵਿਚਾਰ ਰੱਖਦੇ ਹੈ, ਜਿਸ ਤਰੀਕੇ ਨਾਲ ਆਪਣੇ ਵਿਚਾਰ ਰੱਖਦੇ ਹੈ, ਬੜੇ ਕਨਵਿੰਸਿੰਗ ਤਰੀਕੇ ਨਾਲ ਆਪਣੀ ਗੱਲ ਕਰਦੇ ਹੈ। ਸੋ ਪਾਰਟੀ ਨੂੰ ਇਹ ਜੇ ਸਪੋਕਸਮੈਨਾਂ ਦੀ ਲੋੜ ਹੈ ਜਿਹੜੀ ਹੈ ਪਾਰਟੀ ਦੀ ਜਿਹੜੀ ਜੋ ਗੱਲ ਹੈ ਉਹ ਜਨਤਾ ਵਿੱਚ ਪਹੁੰਚਾ ਸਕਣ। ਬਾਕੀ ਮੈਂ ਅੱਜ ਜਦੋਂ ਅੰਮ੍ਰਿਤਸਰ ਆਇਆ ਮੈਂ ਦੇਖ ਰਿਹਾ ਸੀ ਜਿਵੇਂ ਚਮਕ ਧਮਕ ਅੰਮ੍ਰਿਤਸਰ ਦੀ ਬਾਦਲ ਸਾਹਿਬ ਦੇ ਮੁੱਖ ਮੰਤਰੀ ਸਮੇਂ ਸੀ, ਖਿਲ ਰਿਹਾ ਜਾਂ ਸਿਆਹ ਲੱਗਦਾ। ਜਿਹੜੀਆਂ ਚੀਜ਼ਾਂ ਨਵੀਆਂ ਸੀ ਉਦੋਂ ਐ ਟੁੱਟੀਆਂ ਲੱਗ ਰਹੀਆਂ। 4 ਸਾਲ 'ਚ ਕਾਂਗਰਸ ਦੀ ਸਰਕਾਰ ਨੇ, ਹੁਕੂਮਤ ਨੇ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ। ਪ੍ਰਾਇਰਟੀ ਚਾਹੀਦੀ ਹੈ ਜੋ ਉਹ ਵੀ ਸੂਬੇ ਦੀ ਸਰਕਾਰ ਹੋਏ। ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਡਿਵੈਲਪ ਕਰਨ ਦੀ ਪ੍ਰਾਇਰਟੀ ਸਾਰਿਆਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਗੁਰੂ ਦੀ ਨਗਰੀ ਇੱਕ ਇਹੋ ਜਿਹੀ ਪਵਿੱਤਰ ਸਥਾਨ ਹੈ, ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤ ਆਉਂਦੀ ਹੈ। ਜਿਹੜਾ ਇੰਪ੍ਰੈਸ਼ਨ ਇੱਥੋਂ ਜਾਊਗਾ ਪੰਜਾਬ ਬਾਰੇ, ਸਾਰਾ ਇੰਪ੍ਰੈਸ਼ਨ ਇੱਥੋਂ ਹੀ ਜਾਊਗਾ। ਮੈਂ ਬੜੀ ਕੋਸ਼ਿਸ਼ ਕੀਤੀ, ਜਦੋਂ ਆਪਣਾ ਰਾਜ ਸੀ, ਮੈਂ ਡਿਪਟੀ ਮੁੱਖ ਮੰਤਰੀ ਸੀ, ਮੈਂ ਤਕਰੀਬਨ ਮਹੀਨੇ 'ਚ 4 ਜਾਂ 5 ਵਾਰ ਇੱਥੇ ਆਉਂਦਾ, ਇਹਨਾਂ ਗਲੀਆਂ ਜਾਂਦਾ ਤੇ ਕਿਹੜੀ ਚੀਜ਼ ਦੀ ਲੋੜ ਹੈ ਹੌਲੀ ਹੌਲੀ ਕਰਕੇ ਅਸੀਂ ਸਾਰੀਆਂ ਚੀਜ਼ਾਂ ਬਣਾਈਆਂ। ਇੱਥੇ ਸੜਕਾਂ ਨੂੰ 4 ਲੇਨ 6 ਲੇਨ ਕੀਤਾ। ਨਹੀਂ ਤਾਂ ਮੈਨੂੰ ਯਾਦ ਹੈ ਜਦੋਂ ਆਪਾਂ ਖਾਲਸਾ ਕਾਲਜ ਦੀ ਮੇਨ ਰੋਡ ਤੇ ਜਾਂਦੇ ਹੁੰਦੇ ਸੀ ਕਿੰਨਾ ਮਾੜਾ ਹਾਲ ਸੀ। ਆ ਜਿੰਨੇ ਪੁਲ ਹੈ, ਜਿੰਨੇ ਵੀ ਫਲਾਈਓਵਰ ਹੈ,
ਕਿੰਨਾ ਟ੍ਰੈਫਿਕ ਹੁੰਦਾ ਸੀ। ਮੈਂ ਤਾਂ ਕਹਿ ਸਕਦਾ ਕਿ 100% ਜੋ ਵੀ ਕੁਝ ਬਣਿਆ ਅੰਮ੍ਰਿਤਸਰ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਦੌਰਾਨ ਹੀ ਬਣਿਆ। ਮੈਂ ਪੁੱਛਣਾ ਚਾਹਣਾ ਇੱਥੋਂ ਦੀ ਕਾਂਗਰਸ ਦੀ ਲੀਡਰਸ਼ਿਪ ਨੂੰ, ਮੈਂ ਤਾਂ ਅੱਜ ਨਾਲ ਮੇਰੇ ਬੈਠੇ ਸੀ ਗੱਡੀ 'ਚ, ਮੈਂ ਕਿਹਾ ਜਨਤਾ ਸਵਾਲ ਨਹੀਂ ਪੁੱਛ ਰਹੀ ਕਾਂਗਰਸ ਤੋਂ ਕਿ ਕੀ ਬੁਰਾ ਹਾਲ ਕਰ ਦਿੱਤਾ ਸ਼ਹਿਰ ਦਾ। ਜਿਹੜੇ ਡਿਵਾਈਡਰ ਲਾਏ ਸੀ, ਮੈਂ ਕਹਿੰਦਾ ਜਿਹੜੀਆਂ ਲਾਈਨਾਂ ਖੜੀਆਂ ਸਾਰੀਆਂ ਟੁੱਟੀਆਂ ਪਈਆਂ, ਕੋਈ ਚੱਕ ਕੇ ਲੈ ਗਿਆ, ਕੋਈ ਪਰਵਾਹ ਨਹੀਂ। ਰਿਫਲੈਕਟਰ ਲਾਇਕ ਸੀ, ਟੁੱਟੇ ਪਏ ਹੈ। ਹੈਰੀਟੇਜ ਸਟਰੀਟ ਜਿਹੜੀ ਇੰਨੀ ਖੂਬਸੂਰਤ ਬਣਾਈ ਸੀ, ਅੱਜ ਉੱਥੇ ਵੀ ਬੁਰਾ ਹਾਲ ਹੈ। ਜਵਾਬ ਦੀ ਲੋੜ ਹੈ, ਮੰਗਣ ਦੀ ਲੋੜ ਹੈ। ਪੰਜਾਬ ਅੰਮ੍ਰਿਤਸਰ ਦੀ ਜਨਤਾ ਨੂੰ ਇਹਨਾਂ ਹਰ ਕਾਂਗਰਸ ਦਾ, ਭਾਵੇਂ MC ਹੈ, ਭਾਵੇਂ ਉਹਨਾਂ ਦਾ ਲੀਡਰ ਹੈ, ਭਾਵੇਂ MLA ਹੈ, ਭਾਵੇਂ ਇਹਨਾਂ ਦਾ ਮਿਨਿਸਟਰ ਹੈ, ਉਹਨਾਂ ਤੋਂ ਜਵਾਬ ਮੰਗਣ ਦੀ ਲੋੜ ਹੈ। ਤੁਸੀਂ ਕਿਵੇਂ ਤਬਾਹ ਕੀਤੀ, ਕਿਉਂ ਤਬਾਹ ਕੀਤਾ ਪੰਜਾਬ ਅੰਮ੍ਰਿਤਸਰ। ਪਰਮਾਤਮਾ ਦੀ ਮਿਹਰ ਹੋਏ, ਸਾਲ ਰਹਿ ਗਿਆ, ਪੰਜਾਬ ਵਿੱਚ ਪੰਜਾਬੀਆਂ ਦੀ ਸਰਕਾਰ ਬਣੇ। ਮੈਂ ਤੁਹਾਨੂੰ ਇੰਨਾ ਗਰੰਟੀ ਕਰਦਾ, ਜਿਹੜੇ ਅਧੂਰੇ ਕੰਮ ਰਹਿ ਗਏ ਅੰਮ੍ਰਿਤਸਰ ਸ਼ਹਿਰ, ਮੈਂ ਗਾਰੰਟੀ ਕਰਦਾ ਅਗਲੇ 5 ਸਾਲਾਂ ਦੇ ਅੰਦਰ ਹਿੰਦੁਸਤਾਨ ਦਾ ਤਾਂ ਸਭ ਤੋਂ ਵਧੀਆ ਸ਼ਹਿਰ ਬਣਾ ਹੀ ਦੇਵਾਂਗੇ, ਪਰ ਇੰਟਰਨੈਸ਼ਨਲ ਲੈਵਲ ਦੇ ਸ਼ਹਿਰਾਂ ਦੇ ਮੁਕਾਬਲੇ ਦਾ ਸ਼ਹਿਰ, ਜਿੱਥੇ ਸਫਾਈ, ਜਿੱਥੇ ਇਨਫਰਾਸਟ੍ਰਕਚਰ, ਜਿੱਥੇ ਪਾਰਕਿੰਗ ਸਿਸਟਮ, ਜਿੱਥੇ ਜਿਵੇਂ ਹੈਰੀਟੇਜ ਜਿਹੜੀ ਆਪਾਂ ਸਟਰੀਟ ਬਣਾਈ ਹੈ, ਮੇਰਾ ਮਨ ਹੈ ਕਿ ਸਾਰੀ ਵਰਲਡ ਸਿਟੀ ਉਸ ਤਰੀਕੇ ਨਾਲ ਬਣਾਈਏ, ਸਾਰੀ ਵਰਲਡ ਸਿਟੀ, ਕਿ ਲੋਕੀ ਜਦੋਂ ਆਉਣ, ਟੂਰਿਸਟ ਆਉਣ ਤੇ ਪਤਾ ਲੱਗ ਜੇ। ਹੁਣ ਵੀ ਕਈ ਲੋਕ ਆਉਂਦੇ ਆ, ਕਈ ਮੁੱਖ ਮੰਤਰੀਆਂ ਨੇ ਮੇਰੇ ਨਾਲ ਗੱਲ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਪਣੀ ਟੀਮ ਭੇਜੀ ਦੇਖਣ ਵਾਸਤੇ ਕਿ ਵਿਰਾਸਤੇ ਮਾਰਗ ਕਿਵੇਂ ਬਣਿਆ। ਉਹ ਵਾਰਾਣਸੀ ਬਣਾਉਣੇ ਚਾਹੁੰਦੇ ਸੀ। ਆਂਧਰਾ ਪ੍ਰਦੇਸ਼ ਤੋਂ ਟੀਮਾਂ ਆਈਆਂ ਦੇਖਣ ਵਾਸਤੇ। ਕੰਮ ਕਰਨਾ ਕੋਈ ਔਖਾ ਨਹੀਂ ਹੈ, ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਪਲੈਨਿੰਗ ਚਾਹੀਦੀ ਹੈ, ਸੋਚ ਚਾਹੀਦੀ ਹੈ। ਜਿਹੜਾ ਮੁੱਖ ਮੰਤਰੀ ਬਣਦਾ ਹੈ ਉਹਦਾ ਨਿਸ਼ਾਨਾ ਹੋਣਾ ਚਾਹੀਦਾ, ਮੈਂ ਜਿਵੇਂ ਪੰਜਾਬ ਲਿੱਤਾ ਹੈ ਤਾਂ ਕਿਵੇਂ 10 ਗੁਣਾ 20 ਗੁਣਾ ਕਿਵੇਂ ਅੱਗੇ ਲੈ ਕੇ ਜਾ ਸਕਾਂ। ਮੁੱਖ ਮੰਤਰੀ ਦੀ ਸੋਚ ਉਹ ਨਹੀਂ ਹੋਣੀ ਚਾਹੀਦੀ ਕਿ ਮੈਂ ਹੁਣ ਬਣ ਗਿਆ ਤੇ ਹੁਣ ਮੈਂ 5 ਸਾਲ ਐਸ਼ ਕਰਨਾ, ਜਿਵੇਂ ਅੱਜ ਦਾ ਮੁੱਖ ਮੰਤਰੀ ਕੈਪਟਨ ਕਰ ਰਿਹਾ। ਅੱਜ ਮੀਡੀਆ ਸਾਰੀ ਬੈਠੀ ਆ, ਤੁਸੀਂ ਵੀ ਆਪਣੇ ਆਪ ਨੂੰ ਸਵਾਲ ਕਰੋ, ਪੁੱਛੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ 'ਚ ਕਿੰਨੀ ਵਾਰ ਇੱਥੇ ਆਇਆ, ਕਿੰਨੀ ਵਾਰ ਇਹਨਾਂ ਸੜਕਾਂ 'ਚ ਆਇਆ, ਕਿੰਨੀ ਵਾਰ ਹੈਰੀਟੇਜ ਸਟਰੀਟ 'ਚ ਉਹਨੇ ਗੱਡੀ ਰੋਕ ਕੇ ਤੁਰ ਕੇ ਦੇਖਿਆ ਹੋਏ। ਜਿਹੜੇ ਆਪਣੇ ਚਾਰੋਂ ਤਰਫ ਆਪਾਂ ਚੀਜ਼ਾਂ ਬਣਾਈਆਂ ਸੀ, ਮਿਊਜ਼ੀਅਮ ਬਣਾਏ ਸੀ, ਕੀ ਉੱਥੇ ਉਹਨਾਂ ਨੇ ਜਾਇਜ਼ਾ ਲਿੱਤਾ? ਇਸ ਕਰਕੇ ਅੱਜ ਇੱਥੇ ਆਏ ਆ। ਨਾਲੇ ਅੱਜ ਮੈਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਇਆ, ਮੈਂ ਫਿਰ ਤੋਂ ਉਹਨਾਂ ਨੂੰ ਜੀ ਕਹਿੰਦਾ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਕਹਿਣਾ ਚਾਹੁੰਦਾ ਹੈ, ਤੁਸੀਂ ਪ੍ਰਸਟੀਜ ਕਿਉਂ ਬਣਾਈ ਜਾਂਦੇ ਹੋ? ਗਵਰਨਮੈਂਟ ਆਫ ਇੰਡੀਆ ਤਾਂ ਐਂ ਪੰਜਾਬ ਨੂੰ ਡੀਲ ਕਰ ਰਹੀ ਹੈ ਜਿਵੇਂ ਕੋਈ ਪਾਕਿਸਤਾਨ ਨੂੰ ਡੀਲ ਕਰੀ ਜਾਂਦਾ ਹੁੰਦਾ ਕਿ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇਹ ਕਰ ਦਾਂਗੇ। ਗਵਰਨਮੈਂਟ ਆਫ ਇੰਡੀਆ ਨੂੰ ਪਤਾ ਹੋਣਾ ਚਾਹੀਦਾ, ਆਹ ਪੰਜਾਬ ਦੇ ਬਹਾਦਰ ਕਿਸਾਨ ਹੈ ਜਿਨ੍ਹਾਂ ਨੇ, ਜਿਹੜੇ ਅੱਜ ਰੇਲ ਗੱਡੀਆਂ ਪਟੜੀਆਂ ਤੇ ਬੈਠੇ ਆ, ਕਿਉਂ ਬੈਠੇ ਆ? ਹੱਕ ਦੀ ਲੜਾਈ ਵਾਸਤੇ ਬੈਠੇ ਆ। ਤੇ ਉਹ ਕਿਸਾਨ ਜੇ ਪੂਰੇ ਦੇਸ਼ ਨੂੰ ਅੰਨ ਦਿੰਦੇ ਰਹੇ ਆ, ਅੱਜ ਜੇ ਉਹ ਕੁਝ ਚੀਜ਼ ਮੰਗਦੇ ਆ, ਤੁਹਾਡਾ ਹੱਕ ਨਹੀਂ ਹੈ। ਐਂ ਤੁਸੀਂ ਜ਼ਬਰਦਸਤੀ ਕਰੋਗੇ, ਰੇਲ ਬੰਦ ਕਰ ਦੋਗੇ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਐਂ ਦੇਸ਼ ਨਹੀਂ ਚੱਲਦੇ। ਜਿਸ ਤਰੀਕੇ ਨਾਲ ਅੱਜ ਸੋਚ ਚੱਲ ਰਹੀ ਹੈ ਸੈਂਟਰ ਦੀ, ਮੈਂ ਸਟਰੋਂਗਲੀ ਕੰਡੈਮ ਕਰਦਾ। ਉੱਥੇ ਹੀ ਐਡਵੋਕੇਟ ਆਰਪੀ ਸਿੰਘ ਮੈਣੀ ਨੇ ਕਿਹਾ ਕਿ ਉਹਨਾਂ ਲਗਭਗ 18 ਸਾਲ ਪਾਰਟੀ ਨੂੰ ਦਿੱਤੇ, ਆਪਣੀ ਜ਼ਿੰਮੇਵਾਰੀ ਤਹਿ ਦਿਲੋਂ ਨਿਭਾਈ, ਪਰ ਜਦ ਉਹਨਾਂ ਕੇਂਦਰੀ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਬੀਜੇਪੀ ਹਾਈ ਕਮਾਨ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਈ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਦੇ ਰੋਸ ਵਜੋਂ ਹੀ ਜ਼ਿਲ੍ਹਾ ਤਰਨਤਾਰਨ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ। ਹੁਣ ਅਕਾਲੀ ਦਲ ਬਾਦਲ 'ਚ ਸ਼ਾਮਲ ਹੋਣ ਤੋਂ ਬਾਅਦ ਆਖਰੀ ਸਾਹ ਤੱਕ ਇਸੇ ਹੀ ਪਾਰਟੀ ਦੀ ਸੇਵਾ ਕਰਾਂਗਾ। ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਧਰਤੀ ਤੇ ਸਾਰਿਆਂ ਨੂੰ ਮੁਕੱਦਸ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मिल जाए नदी तो समंदर की तलाश कर,
बेहतर है तो बेहतर से बेहतर की तलाश कर। मैं भारतीय जनता पार्टी 'ਚ तकरीबन 18 साल रहा। ਜਦੋਂ शामिल होया ਤੇ ਜਦੋਂ ਛੱਡਿਆ तद तक पूरी तनदेही ਨਾਲ पार्टी ਲਈ ਕੰਮ ਕੀਤਾ। सदा सच ਦੇ ਨਾਲ ਖੜਾ ਹੋਣ ਦਾ गुरु साहब ने किरपा की कि सच ਨੂੰ सच ਕਹਿਣ ਦਾ गुरु साहब ने हौसला दिता। बीजेपी वालों जिथे भी अज तक ड्यूटी लाई गई है, जो भी अहुदा दिता गया उन्होंने पूरी तनदेही नाल निभाया। पर आ एक तीन जेड़े चीज़ां ਜਿਹੜੀਆਂ कि पंजाब की आर्थिकता, समाजिक, राजनीतिक फिजा ਨੂੰ ਜਿਹੜੀਆਂ चीज़ां ने प्रभावित करना सी, वो चीज़ां की भारतीय जनता पार्टी ने कोई कदर नहीं पाई। मैं अपने थल्ले तो लैके वड्डे अहुदेदारां तक ये गल पहुँचाई कि ये तिन्ने कानून अन्नदाता जिहड़ा देश का अन्नदाता, असी 1955 च पहला कटोरा फड़ के अमेरिका आस्ट्रेलिया दे विच कणक मंगण जांदे सी। इस अन्नदाता ने सानू दाते बनाया देण वास्ते। उन्हां नूं इग्नोर करके उन्हां दी रीढ़ दी हड्डी तोड़न दे लई ये कानून बनाए गए आ। इहदे लई भारतीय जनता पार्टी की पंजाब इकाई नूं आवाज़ उठाउणी चाहीदी है। मैनूं बड़ा दुख होया कि कोई भी उत्थे आवाज़ सुनने लई तैयार ही नहीं हैगा। उत्थे वन वे ट्रैफिक आ, जो दिल्ली तो चलदा उन्होंने यस सर करदिआं थल्ले मंडल तक पहुँचाया जाता। इधरों वर्कर की आवाज़ दिल्ली तक नहीं जाती। मैं तो इस गल कहण तो कोई गुरेज नहीं करांगा कि पंजाब की लीडरशिप की जिहड़ी इस वेले अगवाई कर रही है, उन्हां दी भी दिल्ली 'च कोई सुनवाई नहीं हैगी। इसे तरह जम्मू कश्मीर दे विच पंजाबी नूं राज भाषा, सरकारी भाषा का दर्जा दिवाउण दा मसला सी। ਉਹਦੇ 'ਚ भी मैं उन्होंने ये गल कही कि शेरे पंजाब महाराजा रणजीत सिंह तो लैके 2 सदियां तो उत्थों पंजाबी बोली जा रही है, तो उन्होंने बनदा मान सत्कार दवाओ, पर नहीं दवाया उन्होंने। उदों कानून पास होना सी, मैं उन्होंने कहा घट्टो घट्ट तुसीं उहदे बारे गलबात करो, उस चीज़ नूं रोकिया जा सकता। पर मैं जिवें तुहानूं पहिलां दस्सिया कि कोई किसी की सुनवाई नहीं हैगी। मैं 18 साल भारतीय जनता पार्टी 'च रह के बहुत दुख नाल कि वो जदों भी कोई पंजाब के हितों की राखी की गल आउंदी है तो पंजाब बीजेपी दिल्ली वाल मूँह कर लेंदी है, तो पंजाब वाल पिठ कर लेंदी है। जिहड़ी पार्टी पंजाब के हितों की राखी नहीं कर सकती, उस पार्टी नाल अगे नहीं चलिया जा सकता। सो मैं अज श्रोमणी अकाली दल के प्रधान साहब सरदार सुखबीर सिंह जी बादल, सरदार बिक्रम सिंह जी मजीठिया ते होर लीडरशिप की अगवाई च मैं अज श्रोमणी अकाली दल च शामिल होने जा रहा। ਇਹਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਆਪਣੇ ਆਪ ਨੂੰ ਅਕਾਲ ਦੀ ਰਿਆਇਆ ਸਮਝਣ ਵਾਲਾ ਅਕਾਲੀ ਸਮਝਿਆ ਜਾਂਦਾ। 14 ਦਸੰਬਰ 1920 ਨੂੰ ਪਾਰਟੀ ਦੀ ਨੀਂਹ ਰੱਖੀ ਗਈ ਤੇ ਹੁਣ ਤਕਰੀਬਨ 100 ਸਾਲ ਪਾਰਟੀ ਪੁਰਾਣੀ ਹੈ। ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ। ਇਹਨੂੰ ਸ਼ਾਮਲ ਕਰਨ, ਇਹਦੇ ਵਿੱਚ ਸ਼ਾਮਲ ਹੋਣ ਲਈ कि पंजाबी पानी, पंजाबी बाणी ते पंजाबी किरसानी की तर्जमानी सिर्फ श्रोमणी अकाली दल कर सकता। राज्यां दे वध अधिकारां की गल सिर्फ श्रोमणी अकाली दल कर सकता। बीबा हरसिमरत कौर बादल जी ने मंत्री पद तो अस्तीफा दिता। सारे कहते कई बार कि अस्तीफा पहला क्यों नहीं दिता। हर गल की एक स्टेज हुंदी है। जब तक आप जोर चला सकते सी, उन्होंने समझा सकते सी, उन्होंने समझाउण की कोशिश की। जब नहीं समझ सके तो उन्होंने 4 साल अजे वजीरी पई है। कोई पिंड की मैंबरी नहीं छड्डदा, कोई NGO की प्रधानगी नहीं छड्डदा छोटी मोटी। 4 साल की वजीरी जदों कि सरकार ने पूरे 4 साल करने, हुण कोई सरकार नूं खतरा ना होवे, उस समय उन्होंने वजीरी छड्डी है। इन्हां चीज़ां ने मैनूं प्रभावित किया कि जे श्रोमणी अकाली दल क्लेम करता कि वह पंजाब के लोगों नाल, पंजाबीयत नाल, किसानां नाल खड़ा, तो उन्होंने करके विखाया। मैं प्रधान जी बैठे आ, मजीठिया साहब बैठे आ, मैं सारी संगत के सामने विश्वास दवाना कि मैं पूरे तन मन धन नाल, पूरी तनदेही नाल श्रोमणी अकाली दल आखिरी साह तक श्रोमणी अकाली दल की सेवा करांगा।
ਸ਼੍ਰੋਮਣੀ ਅਕਾਲੀ ਦਲ ਜੋ ਵੀ ਸੇਵਾ ਜਿੱਥੇ ਵੀ ਡਿਊਟੀ ਪਾਰਟੀ ਮੇਰੀ ਲਾਊਗੀ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਸੁਖਬੀਰ ਬਾਦਲ ਨੇ ਆਖਿਆ ਕਿ ਕੈਪਟਨ ਨੂੰ ਦਿੱਲੀ 'ਚ ਧਰਨਾ ਲਗਾਉਣ ਵਰਗੀ ਡਰਾਮੇਬਾਜ਼ੀ ਕਰਨ ਦੀ ਬਜਾਏ ਕੇਂਦਰੀ ਬਿੱਲਾਂ ਤੇ ਰੋਕ ਅਤੇ ਰੇਲਾਂ ਚਲਾਉਣ ਦੇ ਮਸਲੇ 'ਚ ਦੇਸ਼ ਦੇ ਪ੍ਰਧਾਨ ਮੰਤਰੀ, ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਨੀ ਚਾਹੀਦੀ ਹੈ। ਸੁਖਬੀਰ ਬਾਦਲ ਨੇ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਆਖਿਆ ਕਿ ਪੰਜਾਬ 'ਚ ਗੈਂਗਸਟਰ ਰਾਜ ਕਰ ਰਿਹਾ ਹੈ। ਮੁੱਖ ਮੰਤਰੀ ਅਤੇ ਡੀਜੀਪੀ ਤਾਂ ਕਿਤੇ ਵਿਖਾਈ ਹੀ ਨਹੀਂ ਦਿੰਦੇ, ਜਿਸ ਕਾਰਨ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਨਾਲ ਡਾਇਰੈਕਸ਼ਨ ਲੈਸ ਹੋ ਚੁੱਕੀ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਖਾਸ ਰਿਪੋਰਟ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ। ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ ਹੈ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇਹਨਾਂ ਨੇ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ ਰਾਤ 10 ਵਜੇ ਈਟੀ ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।